हाँ जी स्टूडेंट्स, ਅੱਜ ਅਸੀਂ ਕਰਾਂਗੇ ਕਿਰਿਆ। ਕਿਰਿਆ ਕੀ ਹੁੰਦੀ ਹੈ? ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਕਿਰਿਆ ਅਖਵਾਉਂਦਾ ਹੈ। ਪੰਜਾਬੀ ਵਿੱਚ ਕਿਰਿਆ ਹਮੇਸ਼ਾ ਵਾਕ ਦੇ ਅੰਤ ਵਿੱਚ ਲੱਗਦੀ ਹੈ। ਕਿਰਿਆ ਦੀ ਵੰਡ, ਕਿਰਿਆ ਦੀ 4 ਪ੍ਰਕਾਰ ਦੀ ਵੰਡ ਕਰਾਂਗੇ ਅਸੀਂ। ਪਹਿਲੀ ਵੰਡ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਦੇ ਰੂਪ ਵਿੱਚ। ਅਕਰਮਕ ਕਿਰਿਆ ਕੀ ਹੁੰਦੀ ਹੈ? ਬਿਨਾਂ ਕਰਮ ਤੋਂ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ। ਜਿਸ ਵਾਕ ਦੇ ਵਿੱਚ ਕਰਮ ਨਾ ਹੋਵੇ, ਕਰਮ ਸਪਸ਼ਟ ਨਾ ਹੋਵੇ, ਅਕਰਮਕ ਕਿਰਿਆ ਹੁੰਦੀ ਹੈ। ਹਵਾ ਚੱਲਦੀ ਹੈ, ਘਾਹ ਉੱਗਦਾ ਹੈ, ਅੱਗ ਬਲਦੀ ਹੈ। ਇਹਨਾਂ ਵਾਕਾਂ ਵਿੱਚ ਕਰਤਾ ਹੈ, ਕਿਰਿਆ ਹੈ, ਪਰ ਕਰਮ ਨਹੀਂ। ਫਿਰ ਹੈਗੀ ਹੈ ਸਕਰਮਕ ਕਿਰਿਆ। ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਮ ਸ਼ਬਦ ਹੁੰਦਾ ਹੈ। ਅਕਾਲੀ ਫੂਲਾ ਸਿੰਘ ਨੇ ਘੋੜਾ ਦਰਿਆ ਵਿੱਚ ਠੇਲ ਦਿੱਤਾ। ਇਸ ਵਾਕ ਵਿੱਚ ਠੇਲ ਦਿੱਤਾ ਕਿਰਿਆ ਸ਼ਬਦ ਹਨ। ਜੇ ਕਿਰਿਆ ਸ਼ਬਦਾਂ ਦੇ ਅੱਗੇ ਕੀ ਸ਼ਬਦ ਲਾ ਕੇ ਪ੍ਰਸ਼ਨ ਕੀਤਾ ਜਾਵੇ ਤਾਂ ਉੱਤਰ ਕਰਮ ਆਵੇਗਾ, ਭਾਵ ਘੋੜੇ ਨੂੰ ਠੇਲ ਦਿੱਤਾ। ਇਸ ਤਰ੍ਹਾਂ ਵਾਕ ਵਿੱਚ ਆਈ ਕਿਰਿਆ ਕੀ ਹੈ? ਸਕਰਮਕ ਕਿਰਿਆ। ਦੂਸਰੇ ਪ੍ਰਕਾਰ ਦੀ ਵੰਡ ਵਿੱਚ 3 ਕਿਰਿਆਵਾਂ ਆਉਂਦੀਆਂ ਨੇ: ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ, ਦੂਹਰੀ ਪ੍ਰੇਰਨਾਰਥਕ ਕਿਰਿਆ। ਸਧਾਰਨ ਕਿਰਿਆ ਦੇ ਰੂਪ ਵਿੱਚ ਜਿਸ ਤੋਂ ਪਤਾ ਲੱਗੇ ਕਿ ਕੰਮ ਨੂੰ ਕਰਨ ਵਾਲਾ ਕਰਤਾ ਆਪ ਹੈ। ਜਿਵੇਂ ਜੱਗੇ ਨੂੰ ਰੋਹ ਚੜ੍ਹ ਗਿਆ, ਤਿੰਨੋਂ ਜਣੇ ਦੱਬੇ ਪੈਰੀ ਚੱਲ ਪਏ। ਤਾਂ ਇਹਨਾਂ ਵਾਕਾਂ ਵਿੱਚ ਜੋ ਲਕੀਰੇ ਸ਼ਬਦ ਨੇ ਉਹ ਸਧਾਰਨ ਕਿਰਿਆ ਹਨ। ਫਿਰ ਪ੍ਰੇਰਨਾਰਥਕ ਕਿਰਿਆ। ਇਸ ਕਿਰਿਆ ਦੇ ਤੋਂ ਇਹ ਪਤਾ ਚੱਲਦਾ ਹੈ ਕਿ ਕੰਮ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ, ਸਗੋਂ ਦੂਸਰੇ ਨੂੰ ਜਿਹੜੀ ਕਿਰਿਆ ਹੈ ਉਹ ਦੂਸਰੇ ਤੋਂ ਕਰਵਾਈ ਗਈ ਹੈ। ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਪੁਲਿਸ ਨੂੰ ਆਖ ਦਿਆਂਗਾ ਕਿ ਮੈਨੂੰ ਸੱਦ ਕੇ ਆਪਣੇ ਘਰ ਲੁਕਾਉਂਦਾ ਸੀ, ਇਸ ਕਰਕੇ ਕਈ ਵਾਰੀ ਮੈਨੂੰ ਕਿਸੇ ਨਾ ਕਿਸੇ ਰਾਹੀਂ ਅਖਵਾ ਦਿੰਦਾ ਸੀ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਨਾ ਕਰਾਵਾਂ। ਫਿਰ ਹੈਗਾ ਦੂਹਰੀ ਪ੍ਰੇਰਨਾਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਤੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਹੁਣ ਮੇਰੇ ਲਈ ਵਰਦੀ ਸਿਲਵਾ ਦਿਓ। ਪੁੱਤਰ, ਮੈਨੂੰ ਤਾਂ ਪੜ੍ਹਨਾ ਲਿਖਣਾ ਨਹੀਂ ਆਉਂਦਾ, ਮੇਰੀ ਬੁਢਾਪਾ ਪੈਨਸ਼ਨ ਦੇ ਫਾਰਮ ਕਿਸੇ ਪੜ੍ਹੇ ਲਿਖੇ ਤੋਂ ਭਰਵਾ ਦੇ। ਤਾਂ ਇਸ ਤਰ੍ਹਾਂ ਦੇ ਜਿਹੜੇ ਵਾਕ ਨੇ ਉਹ ਦੂਹਰੀ ਪ੍ਰੇਰਨਾਰਥਕ ਕਿਰਿਆ ਨੂੰ ਪ੍ਰਗਟਾ ਰਹੇ ਨੇ। ਫਿਰ ਹੈਗਾ ਤੀਜੀ ਪ੍ਰਕਾਰ ਦੀ ਵੰਡ। ਤੀਜੀ ਪ੍ਰਕਾਰ ਦੀ ਵੰਡ ਦੇ ਵਿੱਚ ਕਿਰਿਆ 2 ਪ੍ਰਕਾਰ ਦੀ ਮੰਨਾਂਗੇ ਅਸੀਂ: ਇਕਹਿਰੀ ਤੇ ਸੰਯੁਕਤ। ਇਕਹਿਰੀ ਕਿਰਿਆ ਦੇ ਵਿੱਚ ਕਿਰਿਆ ਸ਼ਬਦ ਦੀ ਹੋਵੇ ਤਾਂ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ। ਇੱਕ ਸ਼ਬਦ ਦੀ ਕਿਰਿਆ ਜਿਹੜੀ ਆ ਉਸ ਨੂੰ ਇਕਹਿਰੀ ਕਿਹਾ ਜਾਂਦਾ ਹੈ। ਫਿਰ ਹੈਗਾ ਸੰਯੁਕਤ ਕਿਰਿਆ। ਜਦੋਂ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੀ ਵੀ ਹੋਵੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਫੈਲੀ ਹੋਈ, ਦੇਖ ਸਕਦੇ ਹੋ ਤੁਸੀਂ ਐਗਜ਼ਾਮਪਲ। ਫਿਰ ਹੈਗਾ ਚੌਥੀ ਪ੍ਰਕਾਰ ਦੀ ਵੰਡ ਮੂਲ ਕਿਰਿਆ ਤੇ ਸਹਾਇਕ ਕਿਰਿਆ। ਇਸ ਵੰਡ ਨੂੰ ਸਮਝਣ ਲਈ ਵਾਕ ਦਿੱਤੇ ਗਏ ਹਨ। ਰੌਕ ਗਾਰਡਨ ਹਰ ਕਿਸਮ ਦੇ ਬੰਦੇ ਨੇ ਸਲਾਹਿਆ ਹੈ। ਇਸ ਵਾਕ ਵਿੱਚ ਕਿਰਿਆ ਸ਼ਬਦ 2 ਹਨ। ਪਹਿਲਾ ਸ਼ਬਦ ਮੂਲ ਹੈ ਸ਼ਬਦ ਸਹਾਇਕ ਕਿਰਿਆ ਹੈ। ਅੱਗੇ ਅਸੀਂ ਕਰਾਂਗੇ ਕਿਰਿਆ ਵਿਸ਼ੇਸ਼ਣ। ਜਿਵੇਂ ਨਾਮ ਤੇ ਪੜਨਾਮ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਉਵੇਂ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਉਦਾਹਰਨਾਂ ਦਿੱਤੀਆਂ ਹੋਈਆਂ ਨੇ ਇੱਥੇ। ਉਹ ਜ਼ੋਰ ਨਾਲ ਹੱਥ ਪੈਰ ਮਾਰ ਲੱਗਦੇ ਹਨ ਜਿਵੇਂ ਪਾਣੀ ਵਿੱਚ ਤੈਰ ਰਹੇ ਹੋਣ।
ਪੰਡਾਲ ਵਿੱਚ ਬਹੁਤ ਦੇਰ ਤੱਕ ਚੁੱਪ ਪਸਰੀ ਰਹੀ। ਤਾਂ ਇਹਨਾਂ ਵਾਕਾਂ ਦੇ ਵਿੱਚ ਜ਼ੋਰ ਜਾਂ ਬਹੁਤ ਦੇਰ ਤੱਕ ਇਹ ਕੀ ਦਰਸਾਉਂਦੇ ਨੇ? ਕਿਰਿਆ ਦੀ ਵਿਸ਼ੇਸ਼ਤਾ ਦਰਸਾਉਂਦੇ ਨੇ, ਇਸ ਲਈ ਇਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਫਿਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਕਿਰਿਆ ਵਿਸ਼ੇਸ਼ਣ? 8 ਤਰ੍ਹਾਂ ਦੇ ਹੁੰਦੇ ਨੇ। ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ, ਪਰਿਮਾਣਵਾਚਕ, ਸੰਖਿਆਵਾਚਕ, ਨਿਰਣੈਵਾਚਕ ਤੇ ਨਿਸ਼ਚੈਵਾਚਕ। ਹੁਣ ਇਹਨਾਂ ਨੂੰ ਅਸੀਂ ਦੇਖਾਂਗੇ ਕਿਹੜੇ ਕਿਹੜੇ ਨੇ। ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੈ? ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਸਮਾਂ ਦਾ ਪਤਾ ਲੱਗੇ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ। ਜਿਵੇਂ 6 ਵਜੇ, ਸਵੇਰੇ, ਕਦੇ, ਜਦੋਂ। ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ? ਕਿਰਿਆ ਦੇ ਸਥਾਨ ਦਾ ਪਤਾ ਦੱਸਦਾ ਹੋਵੇ ਜੋ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਨੇ। ਕਿਰਿਆ ਕਿੱਥੇ ਹੋ ਰਹੀ ਆ? ਲਾਇਬ੍ਰੇਰੀ, ਘਰ, ਅੰਦਰ, ਬਾਹਰ, ਹੇਠਾਂ, ਉੱਪਰ, ਇੱਧਰ ਉੱਧਰ ਆਦਿ। ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਢੰਗ ਪਤਾ ਲੱਗੇ, ਤਰੀਕਾ ਪਤਾ ਲੱਗੇ, ਕਿਸ ਢੰਗ ਨਾਲ ਕਿਰਿਆ ਹੋ ਰਹੀ ਹੈ, ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਨੇ। ਜਿਵੇਂ ਜਿਸ ਤਰ੍ਹਾਂ, ਉਸੇ ਤਰ੍ਹਾਂ, ਇਉਂ, ਇਵੇਂ, ਹੌਲੀ, ਛੇਤੀ ਆਦਿ। ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿਉਂ, ਇਸ ਲਈ, ਇਸ ਕਰਕੇ, ਇੰਜ। ਅੱਗੇ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਪ੍ਰਮਾਣ ਜਾਂ ਮਿਣਤੀ, ਮਿਕਦਾਰ ਆਦਿ ਦਾ ਪਤਾ ਲੱਗੇ, ਬਹੁਤ, ਥੋੜਾ, ਇੰਨਾ, ਉਨਾ ਆਦਿ। ਸੰਖਿਆਵਾਚਕ ਵਿਸ਼ੇਸ਼ਣ ਵਿੱਚ ਕਿਰਿਆ ਦੀ ਵਾਰੀ ਅਰਥਾਤ ਦੁਹਰਾਅ, ਕਿੰਨੀ ਵਾਰ ਕਿਰਿਆ ਵਾਪਰਦੀ ਹੈ ਇਹ ਪਤਾ ਲੱਗਦਾ ਹੈ, ਤਾਂ ਉਸ ਨੂੰ ਸੰਖਿਆਵਾਚਕ ਕਹਿੰਦੇ ਨੇ। ਜਿਵੇਂ 1 ਵਾਰ, ਕਈ ਵਾਰ, 2 ਵਾਰ। ਫਿਰ ਨਿਰਣੈਵਾਚਕ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕੀਤੇ ਜਾਣ ਦੀ ਜਾਣਕਾਰੀ ਮਿਲੇ ਉਸ ਨੂੰ ਨਿਰਣੈਵਾਚਕ ਕਹਿੰਦੇ ਨੇ। ਹਾਂ, ਨਾ, ਅੱਛਾ ਜੀ ਆਦਿ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਨਿਸ਼ਚੈ ਜਾਂ ਵਿਸ਼ਵਾਸ ਪ੍ਰਗਟ ਹੋਵੇ ਉਸ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਜ਼ਰੂਰ ਹੀ, ਬੇਸ਼ੱਕ, ਬਿਲਕੁਲ, ਹਾਂਜੀ। ਅੱਜ ਦੀ ਵੀਡੀਓ 'ਚ ਇੰਨਾ ਹੀ। ਅੱਗੇ ਫਿਰ ਅਗਲੇ ਟੌਪਿਕ ਨਾਲ ਗੱਲ ਕਰਾਂਗੇ। ਓਕੇ, ਥੈਂਕਸ।